ਵਾਹਿਗੁਰੂ ਸਾਹਿਬ ਜੀਓ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੁ। ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੁ। ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਉ। ਸਾਕਤ ਬਪੁਰਾ ਮਰ ਗਿਆ, ਕੋਇ ਨਾ ਲਹੈ ਨਾਉ। ਏਕ ਭਗਤ ਭਗਵਾਨ, ਜਿਹ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸੁਆਨ, ਨਾਨਕ ਮਾਨੋ ਤਾਹੇ ਤਨ। ਜੈਸੇ ਸੂਕਰ ਸੁਆਨ, ਨਾਨਕ ਮਾਨੋ ਤਾਹੇ ਤਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਸੁੱਖਾਂ ਦੇ ਸਾਗਰ, ਦਇਆ ਦੇ ਖਜ਼ਾਨੇ, ਪਰਮ ਕਿਰਪਾਲੂ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਹਜ਼ੂਰੀ ਵਿੱਚ ਸੱਜ ਕੇ ਪਾਵਨ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ। ਆਓ ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਲੋਕ, ਜਿਨ੍ਹਾਂ ਦੀ ਵਿਚਾਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਹੈ, ਉਸ ਵਿਚਾਰ ਲੜੀ ਦੇ ਅਨੁਸਾਰ ਅੱਜ 44ਵਾਂ ਸਲੋਕ, ਸਲੋਕ ਨੰਬਰ 44। ਏਕ ਭਗਤ ਭਗਵਾਨ, ਜਿਹ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸੁਆਨ, ਨਾਨਕ ਮਾਨੋ ਤਾਹੇ ਤਨ। ਸਤਿਗੁਰੂ ਜੀ ਕਹਿੰਦੇ ਬੰਦਗੀ ਤੋਂ ਬਿਨਾਂ ਇਨਸਾਨ ਤਾਂ ਇੱਦਾਂ ਕਹਿ ਲਓ ਕਿ ਇੱਕ ਸੂਰ ਦੇ ਬਰਾਬਰ ਹੈ, ਇੱਕ ਕੁੱਤੇ ਦੇ ਬਰਾਬਰ ਹੈ। ਇਸ ਤੋਂ ਵੱਧ ਕੇ ਔਕਾਤ ਇਹਦੀ ਕੋਈ ਨਹੀਂ। ਸਾਹਿਬ ਜੀ ਕੀ ਸਮਝਾ ਰਹੇ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ, ਆਓ ਇਹੀ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੇ ਕਰਨੇ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦਗੀ ਨਾਲ ਹੀ ਜੀਵਨ ਦੇ ਵਿੱਚ ਅਸਲੀ ਸੁੱਖ ਹੈ। ਸੰਸਾਰ ਦੀ ਮਾਇਆ, ਸੰਸਾਰ ਦੇ ਪਦਾਰਥ, ਉਹ ਸੁੱਖ ਜੀਵਨ ਦੇ ਵਿੱਚ ਕਦੇ ਦੇ ਹੀ ਨਹੀਂ ਸਕਦੇ ਜਿਹੜਾ ਸੁੱਖ ਉਸ ਦੀ ਯਾਦ ਵਿੱਚ ਹੈ। ਇਸੇ ਕਰਕੇ ਤਾਂ ਸਤਿਗੁਰਾਂ ਨੇ ਵਾਰ-ਵਾਰ ਬਾਣੀ 'ਚ ਕਹਿਣਾ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਹੀ ਹੈ। ਜਿਹੜਾ ਸੁੱਖ ਕਹਿੰਦੇ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ, ਉਹਦੀ ਸੇਵਾ ਦੇ ਵਿੱਚ ਹੈ, ਉਹ ਸੁੱਖ ਤਾਂ ਭਾਵੇਂ ਇਨਸਾਨ ਨੂੰ ਧਰਤੀ ਦਾ ਰਾਜ ਵੀ ਮਿਲ ਜਾਏ ਨਾ, ਪੂਰੇ ਸੰਸਾਰ ਦਾ ਰਾਜ ਵੀ ਮਿਲ ਜਾਏ, ਬਾਦਸ਼ਾਹ ਬਣ ਜਾਏ, ਕਿੰਗ ਬਣ ਜਾਏ, ਤਾਂ ਵੀ ਉਹ ਸੁੱਖ ਨਹੀਂ ਜੇ ਇਹਨੂੰ ਆ ਸਕਦਾ ਜਿਹੜਾ ਉਹਦੀ ਯਾਦ ਵਿੱਚ ਸੁੱਖ ਹੈ। ਆਪਣੀ ਸੁਰਤ ਨੂੰ ਲੈ ਕੇ ਜਾਈਏ ਸਾਧ ਸੰਗਤ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਦੀਵਾਨ ਲੱਗਾ ਹੋਇਆ ਹੈ। ਹਜ਼ੂਰੀ ਦੇ ਵਿੱਚ ਸੰਗਤ ਆ ਰਹੀ ਹੈ, ਸਤਿਗੁਰਾਂ ਦੇ ਸਨਮੁਖ ਖੜੇ ਹੋ ਕੇ ਨਮਸਕਾਰ ਕਰਕੇ ਬੈਠਦੇ ਜਾ ਰਹੇ ਨੇ। 2-3 ਸਿੱਖ ਆਏ ਇਕੱਠੇ ਹੀ, ਉਹਨਾਂ ਵਿੱਚੋਂ ਭਾਈ ਡੱਲਾ, ਭਾਈ ਜਾਪੂ, ਭਾਈ ਭਗੀਰਥ, ਇਹਨਾਂ 2-3 ਸਿੱਖਾਂ ਨੇ ਆਣ ਕੇ ਜਦੋਂ ਨਮਸਕਾਰ ਕੀਤੀ, ਸਤਿਗੁਰਾਂ ਦੇ ਕੋਲ ਬੈਠੇ
ਤੇ ਭਾਈ ਡੱਲਾ ਜੀ ਨੇ ਸਤਿਗੁਰੂ ਜੀ ਨੂੰ ਇੱਕ ਸਵਾਲ ਕਰ ਦਿੱਤਾ, ਇੱਕ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਕਿਰਪਾ ਕਰੋ, ਰਹਿਮਤ ਦੇ ਘਰ ਦੇ ਵਿੱਚ ਆਣ ਕੇ ਇਹ ਗੱਲ ਸਮਝਾਓ ਕਿ ਇਸ ਭਵਜਲ ਸੰਸਾਰ ਨੂੰ ਪਾਰ ਕਿਵੇਂ ਕੀਤਾ ਜਾ ਸਕਦਾ ਹੈ, ਇਸ ਸੰਸਾਰ ਸਾਗਰ ਤੋਂ ਪਾਰ ਲੰਘਿਆ ਕਿਵੇਂ ਜਾ ਸਕਦਾ ਹੈ, ਕੀ ਕੀਤਾ ਜਾਵੇ ਕਿ ਇਨਸਾਨ ਜਿਹੜਾ ਹੈ ਉਹ ਇਸ ਜਗਤ ਨੂੰ, ਜਿਹੜਾ ਜੀਵਨ ਪ੍ਰਾਪਤ ਹੋਇਆ ਇਸ ਜਗਤ ਦੇ ਵਿੱਚ, ਇਸ ਜੀਵਨ ਨੂੰ ਸਫਲ ਬਣਾ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ। ਤੇ ਸਤਿਗੁਰਾਂ ਨੇ ਜਵਾਬ ਦਿੰਦਿਆਂ, ਉਪਦੇਸ਼ ਦਿੰਦਿਆਂ ਉਹਨਾਂ ਨੂੰ ਸਮਝਾਇਆ, ਕਹਿਣ ਲੱਗੇ ਜੋ ਵੀ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੁੰਦਾ ਹੈ, ਜਿਸ ਵੀ ਇਨਸਾਨ ਦੇ ਮਨ ਦੇ ਵਿੱਚ ਇਹ ਖੁਆਹਿਸ਼ ਹੈ ਕਿ ਮੈਂ ਆਪਣੇ ਜੀਵਨ ਦੀ ਮੰਜ਼ਿਲ ਤੇ ਪਹੁੰਚਾਂ, ਜਿਹੜਾ ਵੀ ਆਪਣੇ ਜੀਵਨ ਦੇ ਵਿੱਚ ਅਬਿਨਾਸੀ ਸੁੱਖ, ਅਬਿਨਾਸੀ ਸੁੱਖ ਸਾਧ ਸੰਗਤ ਉਹ ਹੁੰਦਾ ਹੈ ਜਿਹੜਾ ਸੁੱਖ ਇੱਕ ਵਾਰ ਜੀਵਨ ਦੇ ਵਿੱਚ ਆ ਗਿਆ ਤੇ ਦੁਬਾਰਾ ਖਤਮ ਹੀ ਨਾ ਹੋਵੇ, ਉਹਨੂੰ ਅਬਿਨਾਸੀ ਸੁੱਖ ਕਹਿੰਦੇ ਨੇ। ਜਿਸ ਦੇ ਵੀ ਮਨ ਦੇ ਵਿੱਚ ਇਹ ਡਿਜ਼ਾਇਰ, ਇਹ ਲਾਲਸਾ ਹੈ ਕਿ ਮੇਰੇ ਅੰਦਰ ਐਸਾ ਸੁੱਖ ਪ੍ਰਗਟ ਹੋਵੇ ਜਿਹੜਾ ਖਤਮ ਹੀ ਕਦੇ ਨਾ ਹੋਏ, ਤੇ ਸਤਿਗੁਰੂ ਜੀ ਕਹਿੰਦੇ ਇਸ ਸਭ ਦਾ ਮੂਲ ਜਿਹੜਾ ਹੈ ਨਾ ਉਹ ਪ੍ਰਮਾਤਮਾ ਦੀ ਬੰਦਗੀ ਹੈ, ਸਿਮਰਨ ਹੈ, ਨਾਮ ਹੈ। ਜਿਹੜਾ ਵੀ ਨਾਮ ਦੇ ਵਿੱਚ ਜੁੜ ਗਿਆ, ਸਤਿਗੁਰੂ ਜੀ ਕਹਿੰਦੇ ਉਹ ਸੰਸਾਰ ਸਾਗਰ ਤੋਂ ਪਾਰ ਲੰਘੇਗਾ। ਪਾਤਸ਼ਾਹ ਜੀ ਜਿਹੜਾ ਨਹੀਂ ਜੁੜ ਪਾਏਗਾ, ਤੇ ਸਾਹਿਬ ਜੀ ਨੇ ਫਿਰ ਉੱਥੇ ਸਮਝਾਇਆ, ਕਹਿਣ ਲੱਗੇ ਜਿਹੜਾ ਟੁੱਟ ਗਿਆ, ਜਿਹੜਾ ਉਹਦੀ ਯਾਦ ਵਿੱਚ ਨਹੀਂ ਜੁੜਿਆ, ਉਹਦੇ ਅੰਦਰ ਈਰਖਾ, ਉਹਦੇ ਅੰਦਰ ਕਾਮ, ਕ੍ਰੋਧ, ਇਹ ਵਿਕਾਰ ਜਿਹੜੇ ਨੇ ਉਹ ਇੰਨੇ ਕੁ ਵੱਧ ਜਾਣਗੇ ਕਿ ਉਹ ਅੰਦਰੂਨੀ ਤੌਰ ਤੇ ਸੜ ਜਾਏਗਾ ਉਹਨਾਂ ਵਿਕਾਰਾਂ ਦੇ ਕਰਕੇ। ਤੇ ਖਿਆਲ ਕਰਿਓ, ਜਦੋਂ ਇਹ ਸਤਿਗੁਰਾਂ ਦਾ ਉਪਦੇਸ਼ ਜਿਹੜਾ ਸਾਹਿਬ ਜੀ ਇਹਨਾਂ ਸਿੱਖਾਂ ਨੂੰ ਦੇ ਰਹੇ ਨੇ, ਤੇ ਜਦੋਂ ਸੁਖਮਨੀ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਆਣਾ, ਹੁਣ ਸਾਹਿਬ ਜੀ ਨੇ ਇੱਥੇ ਕਿਹਾ ਕਿ ਅੰਦਰੋਂ ਇਨਸਾਨ ਸੜ ਜਾਏਗਾ ਇਹਨਾਂ ਵਿਕਾਰਾਂ ਦੇ ਵਿੱਚ, ਇਹ ਵਿਕਾਰ ਇਸ ਨੂੰ ਖੋਖਲਾ ਕਰ ਦੇਣਗੇ, ਇਹਨੂੰ ਸਾੜ ਦੇਣਗੇ ਪੂਰੀ ਤਰ੍ਹਾਂ ਅੰਦਰੋਂ। ਤੇ ਸਾਹਿਬ ਜੀ ਫਿਰ ਉੱਥੇ ਬਖਸ਼ਿਸ਼ ਕਰਦੇ ਨੇ ਸੁਖਮਨੀ ਸਾਹਿਬ ਦੇ ਵਿੱਚ, ਕਹਿੰਦੇ ਜਿਹੜਾ ਅੰਦਰੋਂ ਸੜ ਗਿਆ ਨਾ ਉਹ ਵੇਖਣ ਨੂੰ ਤਾਂ ਇਨਸਾਨ ਹੀ ਹੋਏਗਾ, ਵੇਖਣ ਨੂੰ ਉਹ ਇਨਸਾਨ ਹੀ ਹੈ, ਕਿਉਂਕਿ ਜੀਵਨ ਇਨਸਾਨ ਵਾਲਾ, ਮਨੁੱਖਾ ਜੀਵਨ ਮਿਲਿਆ ਹੋਇਆ ਹੈ ਪਰਮਾਤਮਾ ਵੱਲੋਂ, ਹੈ ਉਹ ਇਨਸਾਨ ਹੀ, ਨਜ਼ਰ ਇਨਸਾਨ ਹੀ ਆਏਗਾ। ਇਹ ਅੰਦਰੋਂ ਸੜੇਗਾ, ਬਾਹਰੋਂ ਤਾਂ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪਹਿਲਾਂ ਸੀ। ਤੇ ਫਿਰ ਫਰਕ ਕੀ ਆਏਗਾ? ਸਾਹਿਬ ਜੀ ਕਹਿੰਦੇ ਬਸ ਫਰਕ ਇੰਨਾ ਕੁ ਪੈ ਜਾਣਾ ਹੈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਹੁਣ ਜਿਹੜਾ ਅੰਦਰੋਂ ਸੜ ਚੁੱਕਾ ਇਨਸਾਨ ਹੈ ਨਾ, ਉਹ ਹੋਵੇਗਾ ਤਾਂ ਇਨਸਾਨ ਹੀ, ਵੇਖਣ ਨੂੰ ਇਨਸਾਨ ਹੀ, ਮਨੁੱਖ ਹੀ ਨਜ਼ਰ ਆਏਗਾ, ਪਰ ਸਤਿਗੁਰੂ ਜੀ ਕਹਿੰਦੇ ਅੰਦਰੂਨੀ ਤੌਰ ਤੇ ਉਹ ਇੱਕ ਪਸ਼ੂ ਬਣ ਜਾਏਗਾ, ਇੱਕ ਜਾਨਵਰ ਬਣ ਜਾਏਗਾ। ਹੁਣ ਇਹਦਾ ਕੀ ਮਤਲਬ ਹੋਇਆ ਕਿ ਅੰਦਰੋਂ ਪਸ਼ੂ ਬਣ ਗਿਆ? ਇਨਸਾਨ ਨਜ਼ਰ ਤਾਂ ਇਨਸਾਨ ਆ ਰਿਹਾ ਹੈ, ਪਰ ਸਤਿਗੁਰੂ ਜੀ ਕਹਿੰਦੇ ਉਹ ਇਨਸਾਨ ਹੈ ਹੀ ਨਹੀਂ, ਬਣੂ ਪਸ਼ੂ ਗਿਆ ਹੈ। ਤੇ ਇੱਥੇ ਸਤਿਗੁਰੂ ਜੀ ਸਮਝਾਉਂਦੇ ਪਏ ਨੇ, ਕਹਿੰਦੇ ਕਰਤੂਤ ਪਸ਼ੂ ਕੀ, ਜਿਹੜੇ ਕੰਮ ਪਸ਼ੂ ਕਰਦੇ ਨੇ, ਜਿਸ ਤਰ੍ਹਾਂ ਦੇ ਕਰਮ ਪਸ਼ੂਆਂ ਦੇ ਨੇ, ਕਰਮ ਇਹਦੇ ਪਸ਼ੂਆਂ ਵਰਗੇ ਹੋ ਜਾਣਗੇ। ਮਾਨਸ ਜਾਤ ਰਹੇਗਾ ਇਹ ਮਨੁੱਖੀ, ਸਰੀਰ ਇਹਦਾ ਮਨੁੱਖਾਂ ਵਰਗਾ ਹੀ ਰਹੇਗਾ, ਪਰ ਬਣ ਇਹ ਪਸ਼ੂ ਜਾਏਗਾ। ਹੁਣ ਇਸ ਗੱਲ ਨੂੰ ਹੋਰ ਥੋੜ੍ਹਾ ਜਿਹਾ ਸਮਝਣਾ ਹੋਵੇ ਤੇ ਗੁਰੂ ਅਰਜਨ ਸਾਹਿਬ ਦਾ ਹੀ ਇੱਕ ਪਾਵਨ ਬਚਨ ਹੈ ਸ਼ਲੋਕ ਸਹਿਸਕ੍ਰਿਤੀ ਦੇ ਵਿੱਚ, ਉੱਥੇ ਸਤਿਗੁਰਾਂ ਨੇ ਇਸ ਗੱਲ ਨੂੰ ਹੋਰ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੱਤਾ, ਹੋਰ ਥੋੜ੍ਹਾ ਜਿਹਾ ਓਪਨ ਕਰ ਦਿੱਤਾ। ਸਾਹਿਬ ਜੀ ਕਹਿੰਦੇ ਗੁਰ ਮੰਤਰਹੀਨਿਅਸ ਜੋ ਪ੍ਰਾਣੀ, ਗੁਰੂ ਦੇ ਉਪਦੇਸ਼ ਤੋਂ ਸਖਣਾ। ਹੀਨਿਅਸ ਦਾ ਮਤਲਬ ਹੁੰਦਾ ਹੈ ਜਿਹੜਾ ਗੁਰੂ ਦੇ ਨਾਲੋਂ ਟੁੱਟਾ ਹੋਇਆ ਹੈ, ਜਿਹਦੇ ਅੰਦਰ ਪਰਮਾਤਮਾ ਦੀ ਯਾਦ ਨਹੀਂ, ਜਿਹੜਾ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੇ ਸ਼ਬਦ ਨਾਲ ਨਹੀਂ ਜੁੜਿਆ, ਉਹਨੂੰ ਕਹਿੰਦੇ ਨੇ ਗੁਰ ਮੰਤਰ। ਮੰਤਰ ਦਾ ਮਤਲਬ ਹੈ ਉਪਦੇਸ਼, ਗੁਰੂ ਦਾ ਸ਼ਬਦ। ਗੁਰ ਮੰਤਰਹੀਨਿਅਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਨ ਹੈ, ਉਹਦਾ ਤਾਂ ਜਨਮ ਹੀ ਸਾਹਿਬ ਜੀ ਕਹਿੰਦੇ ਭ੍ਰਸ਼ਟ ਹੈ। ਭ੍ਰਸ਼ਟ ਦਾ ਮਤਲਬ ਤ੍ਰਿਕਾਰ-ਜੋਗ ਹੈ, ਉਹਦਾ ਇਸ ਦੁਨੀਆ ਦੇ ਵਿੱਚ ਆਇਆ ਨਾ ਆਇਆ ਇੱਕ ਬਰਾਬਰ। ਕਿਉਂ? ਕਿਉਂਕਿ ਜਿਸ ਤਰ੍ਹਾਂ ਇੱਕ ਪਸ਼ੂ ਆਇਆ, ਉਸੇ ਤਰ੍ਹਾਂ ਉਹ ਇਨਸਾਨ ਆਇਆ ਜਿਹੜਾ ਪਰਮਾਤਮਾ ਦੇ ਨਾਲੋਂ ਟੁੱਟਾ ਹੋਇਆ ਹੈ। ਤੇ ਅਗਲੇ ਵਚਨ ਸੁਣਿਓ, ਕਹਿੰਦੇ ਕੂਕਰੈ ਸੂਕਰੈ ਸਰਪਣੈ ਕਾਕੈ ਤੁਲ ਖਲੈ। ਇਹ ਜਿਹੜੀ ਇੱਕ ਪੰਕਤੀ ਹੈ ਨਾ ਸਾਧ ਸੰਗਤ, ਇਸ ਇੱਕ ਪੰਕਤੀ ਦੇ ਵਿੱਚ ਸਤਿਗੁਰਾਂ ਨੇ 4 ਜਿਹੜੇ ਜਾਨਵਰ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਕੂਕਰ ਕਹਿੰਦੇ ਨੇ ਜੀ ਕੁੱਤੇ ਨੂੰ। ਗੁਰੂ ਤੇਗ ਬਹਾਦਰ ਮਹਾਰਾਜ ਕੀ ਕਹਿ ਰਹੇ ਨੇ? ਕਹਿੰਦੇ ਏਕ ਭਗਤ ਭਗਵਾਨ ਜਿਹੇ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸੁਆਨ। ਸੁਆਨ ਵੀ ਕੁੱਤੇ ਨੂੰ ਕਹਿੰਦੇ ਜੀ।
ਸੂਕਰ ਹੈ। ਉੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਕੂਕਰ ਹੈ, ਸੂਕਰ ਹੈ। ਸੂਕਰੇ ਦਾ ਮਤਲਬ ਹੁੰਦਾ ਜੀ ਸੂਰ, ਪਿਗ। ਤੇ ਇਹ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਜੈਸੇ ਸੂਕਰ, ਇੱਥੇ ਵੀ ਸੂਰ ਕਹਿ ਰਹੇ ਨੇ, ਗੁਰੂ ਅਰਜਨ ਸਾਹਿਬ ਉੱਥੇ ਸੂਰ ਕਹਿ ਰਹੇ ਨੇ। ਕਹਿੰਦੇ ਹੈ ਇਨਸਾਨ ਅੰਦਰੋਂ ਸੜਿਆ ਹੋਇਆ ਹੈ, ਅੰਦਰ ਸੜਨ ਕਰਕੇ ਇਹ ਮਨੁੱਖ ਹੁੰਦਾ ਹੋਇਆ ਵੀ ਮਨੁੱਖ ਨਹੀਂ ਰਹਿ ਗਿਆ, ਇਹ ਪਸ਼ੂ ਬਣ ਗਿਆ ਹੈ। ਕਿਸ ਤਰ੍ਹਾਂ ਦਾ ਪਸ਼ੂ ਬਣ ਗਿਆ? ਹੁਣ ਇਹਦੀ ਡੈਫੀਨੇਸ਼ਨ ਪਤਾ ਕੀ ਹੈ? ਕੂਕਰ ਹੈ, ਸੂਕਰ ਹੈ, ਸਰਪਣ ਹੈ, ਕੱਕ ਹੈ। ਸਰਪਣ ਦਾ ਮਤਲਬ ਹੈ ਜੀ ਸੱਪ, ਕਾਕੇ ਦਾ ਮਤਲਬ ਹੈ ਕਾਂ, ਕਰੋ। ਹੁਣ ਇਹਨੂੰ ਹੋਰ ਸਮਝਣਾ ਹੋਵੇ ਤੇ ਇੱਦਾਂ ਕਹਿ ਲਈਏ ਕਿ ਜਦੋਂ ਇਨਸਾਨ ਦੇ ਅੰਦਰ ਕਾਮ ਵੱਧਦਾ ਹੈ ਨਾ, ਲਸਟ ਦੇ ਵਿੱਚ ਹੁੰਦਾ ਹੈ, ਤੇ ਸਾਹਿਬ ਜੀ ਕਹਿੰਦੇ ਉਦਾਂ ਇੱਦਾਂ ਕਹਿ ਲਓ ਕਿ ਇਨਸਾਨ ਉਸ ਟਾਈਮ ਤੇ ਗੰਦਗੀ ਦੇ ਵਿੱਚ ਮੂੰਹ ਮਾਰਦਾ ਪਿਆ ਹੈ। ਖਿਆਲ ਕਰਿਓ, ਇਹ ਜਿਹੜੇ ਵਿਕਾਰ ਨੇ ਨਾ, ਮੈਂ ਅਕਸਰ ਬੇਨਤੀ ਕਰਦਾ, ਇਹ ਵਿਕਾਰ ਉਦੋਂ ਵਿਕਾਰ ਨਹੀਂ ਜੇ ਹੁੰਦੇ ਜਦੋਂ ਤੱਕ ਇਹ ਅੰਡਰ ਕੰਟਰੋਲ ਨੇ, ਪਰ ਜਦੋਂ ਇਨਸਾਨ ਇਹਨਾਂ ਦੇ ਅੰਡਰ ਕੰਟਰੋਲ ਹੋ ਜਾਂਦਾ ਨਾ, ਉਦੋਂ ਇਹ ਵਿਕਾਰ ਬਣਦੇ ਨੇ। ਕਾਮ ਜਿਹੜਾ ਨਾ, ਲਸਟ, ਇਹ ਪਰਮਾਤਮਾ ਨੇ ਇੱਕ ਕ੍ਰੀਏਸ਼ਨ ਦਾ ਇੱਕ ਜਰੀਆ ਬਣਾਇਆ ਹੈ। ਸੰਸਾਰ ਦੀ ਕ੍ਰੀਏਸ਼ਨ ਇਸੇ ਦੇ ਨਾਲ ਹੁੰਦੀ ਹੈ, ਭਾਵੇਂ ਪਸ਼ੂ ਹੈ, ਪੰਛੀ ਹੈ, ਜਾਨਵਰ ਹੈ, ਭਾਵੇਂ ਇਨਸਾਨ ਹੈ। ਇਸ ਕਾਮ ਦੇ ਕਰਕੇ ਹੀ ਕ੍ਰੀਏਸ਼ਨ ਜਿਹੜੀ ਹੈ ਉਹ ਹੁੰਦੀ ਹੈ। ਪਰ ਜਦੋਂ ਇਨਸਾਨ ਪੂਰੀ ਤਰ੍ਹਾਂ ਇਸ ਕਾਮ ਦੇ ਵਿੱਚ ਗਰਸਿਆ ਜਾਂਦਾ ਹੈ ਨਾ, ਇਹਦੇ ਅੰਦਰ ਕਾਮ ਬਹੁਤ ਹੈਵੀ ਹੋ ਜਾਂਦਾ ਹੈ, ਉਸ ਟਾਈਮ ਤੇ ਇਹਦਾ ਨੁਕਸਾਨ ਕਰਦਾ ਹੈ। ਤੇ ਜਦੋਂ ਕਾਮੀ ਹੋ ਗਿਆ, ਸਾਹਿਬ ਜੀ ਕਹਿੰਦੇ ਇੱਦਾਂ ਕਹਿ ਲਓ ਕਿ ਇਹ ਇਨਸਾਨ ਇੱਕ ਸੂਰ ਦੀ ਤਰ੍ਹਾਂ ਹੈ ਜਿਹੜਾ ਗੰਦਗੀ ਦੇ ਵਿੱਚ ਮੂੰਹ ਮਾਰਦਾ ਪਿਆ, ਇੱਦਾਂ ਵੀ ਕਹਿ ਲਈਏ। ਤੇ ਜਦੋਂ ਇਨਸਾਨ ਕਿਸੇ ਦੀ ਨਿੰਦਿਆ ਕਰਦਾ ਹੈ, ਕਿਸੇ ਦੀ ਚੁਗਲੀ ਕਰਦਾ ਹੈ, ਸਾਹਿਬ ਜੀ ਕਹਿੰਦੇ ਇਹ ਨਿੰਦਾ ਚੁਗਲੀ ਕਰਨੀ ਵੀ ਤਾਂ ਗੰਦ ਵਿੱਚ ਮੂੰਹ ਮਾਰਨਾ ਹੀ ਹੈ। ਤੇ ਫਿਰ ਇਹਦੇ ਵਿੱਚ ਤੇ ਸੂਰ ਦੇ ਵਿੱਚ ਫਰਕ ਕੀ ਰਹਿ ਗਿਆ? ਕੁੱਤੇ ਦਾ ਕੰਮ ਕੀ ਹੈ ਜੀ? ਕੁੱਤਾ ਵੀ ਤਾਂ ਗੰਦ ਹੀ ਖਾਂਦਾ ਹੈ, ਝੂਠੇ ਬਰਤਨਾਂ ਦੇ ਵਿੱਚ ਮੂੰਹ ਮਾਰਦਾ ਹੈ। ਤੇ ਸਾਧ ਸੰਗਤ ਕਿਤੇ ਖਿਆਲ ਕਰਕੇ ਦੇਖੋ, ਜਦੋਂ ਆਪਾਂ ਕਿਸੇ ਦੀ ਨਿੰਦਾ ਚੁਗਲੀ ਕਰਦੇ ਹਾਂ ਤਾਂ ਅਸੀਂ ਕੁੱਤੇ ਨਾਲੋਂ ਘੱਟ ਤਾਂ ਨਹੀਂ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਮੇਰੇ ਨਾਲ ਗੁੱਸਾ ਕਰਨ ਦੀ ਲੋੜ ਕੋਈ ਨਹੀਂ, ਮੈਂ ਜੋ ਗੁਰੂ ਅਰਜਨ ਸਾਹਿਬ ਨੇ ਵਚਨ ਕਹੇ ਨੇ ਮੈਂ ਉਹ ਆਪ ਸਰਬੱਤ ਸੰਗਤ ਦੇ ਸਾਹਮਣੇ ਰੱਖਦਾ ਪਿਆ। ਸਾਹਿਬ ਜੀ ਕਹਿੰਦੇ ਕੁੱਤੇ ਦੇ ਵਿੱਚ ਤੇ ਇਨਸਾਨ ਦੇ ਵਿੱਚ ਫਰਕ ਥੋੜੀ ਨਾ ਕੋਈ। ਕਹਿੰਦੇ ਨੇ ਇੱਕ ਨਾ ਮਾਲਕ ਨੇ ਘਰ ਦੇ ਵਿੱਚ ਨੌਕਰ ਰੱਖੇ ਹੁੰਦੇ ਨੇ ਜੀ ਕੰਮ ਕਰਨ ਵਾਸਤੇ, ਜਿਹੜੇ ਥੋੜੇ ਅਫੋਰਡ ਕਰ ਪਾਉਂਦੇ ਨੇ, ਘਰਾਂ ਦੇ ਵਿੱਚ ਰੱਖਦੇ ਨੇ ਨੌਕਰ। ਉਹ ਮਾਲਕ ਨੂੰ ਉਹਦੇ ਉੱਤੇ ਵਿਸ਼ਵਾਸ ਤਾਂ ਬੜਾ ਵੱਜ ਗਿਆ। ਹੋਇਆ ਕੀ, ਇੱਕ ਵਾਰ ਮਾਲਕ ਨੂੰ ਕਿਤੇ ਕੰਮ ਜਾਣਾ ਪੈ ਗਿਆ, ਪਰਿਵਾਰ ਸਮੇਤ ਉਹ ਆਪਣੇ ਘਰ ਨੂੰ ਉਸ ਨੌਕਰ ਦੀ ਸਿਰ ਦੇ ਉੱਤੇ ਛੱਡ ਕੇ ਚਲਾ ਗਿਆ। ਵਿਸ਼ਵਾਸ ਸੀ ਕਿ ਇਹ ਇੰਨਾ ਸਮਾਂ ਹੋ ਗਿਆ ਘਰ ਦੇ ਵਿੱਚ ਕੰਮ ਕਰਦੇ ਹਾਂ, ਇਹ ਧੋਖਾ ਨਹੀਂ ਕਰੇਗਾ। ਤੇ ਹੋ ਜਾਂਦਾ ਹੈ ਸਾਧ ਸੰਗਤ, ਆਪਾਂ ਵੀ ਘਰਾਂ ਦੇ ਵਿੱਚ ਨੌਕਰ ਰੱਖਦੇ ਹਾਂ, ਵਿਸ਼ਵਾਸ ਹੋ ਜਾਂਦਾ ਹੈ ਕਈ ਵਾਰ ਕਿ ਇਹ ਬੜਾ ਪੁਰਾਣਾ ਸਾਡੇ ਕੋਲ ਕੰਮ ਕਰਦਾ ਪਿਆ ਏ, ਇਹ ਸਾਡੇ ਨਾਲ ਧੋਖਾ ਨਹੀਂ ਕਰ ਸਕਦਾ। ਤੇ ਕਈ ਵਾਰ ਹੁੰਦਾ ਕੀ ਹੈ, ਜਿਹਦੇ ਉੱਤੇ ਵਿਸ਼ਵਾਸ ਹੋਵੇ ਨਾ ਸਾਧ ਸੰਗਤ, ਉਹ ਵਿਸ਼ਵਾਸ ਤੋੜਦਾ ਜ਼ਰੂਰ ਜੇ। ਬਹੁਤੀ ਵਾਰ, ਮੋਸਟਲੀ ਵਿਸ਼ਵਾਸ ਤੋੜਦਾ ਜ਼ਰੂਰ ਹੈ ਜਿਹਦੇ ਉੱਤੇ ਹੋਵੇ। ਇੱਦਾਂ ਹੀ ਹੋਇਆ, ਮਾਲਕ ਤਾਂ ਚਲਾ ਗਿਆ, ਪਿੱਛੋਂ ਉਸ ਨੌਕਰ ਨੇ ਆਪਣੇ ਮਾਲਕ ਦੇ ਹੀ ਘਰ ਦੇ ਵਿੱਚ ਚੋਰੀ ਕਰ ਲਈ। ਜਦੋਂ ਵਾਪਸ ਆਇਆ, ਚੋਰੀ ਹੋ ਗਈ। ਹੁਣ ਆਪਣੇ ਆਪ ਨੂੰ ਸੱਚਾ ਪੇਸ਼ ਕਰਨ ਦੇ ਲਈ ਕਈ ਬਹਾਨੇ, ਕਈ ਐਕਸਕਿਊਜ਼ਸ ਮਾਲਕ ਨੂੰ ਕਹਿੰਦਾ ਪਿਆ, ਇਹ ਹੋ ਗਿਆ, ਜੇ ਹੋ ਗਿਆ। ਮਾਲਕ ਨੂੰ ਪਤਾ ਲੱਗ ਗਿਆ ਕਿ ਇਹ ਚੋਰੀ ਇਸੇ ਨੇ ਕੀਤੀ ਹੈ। ਤੇ ਮਾਲਕ ਨੇ ਉਹਨੂੰ ਕਿਹਾ, ਕਹਿਣ ਲੱਗਾ ਤੂੰ ਨਮਕ ਹਰਾਮ ਹੈ। ਨਮਕ ਹਰਾਮ ਦਾ ਮਤਲਬ ਸ਼ਾਇਦ ਸਾਧ ਸੰਗਤ ਆਪ ਸਮਝਦੇ ਹੋ, ਨਮਕ ਹਰਾਮ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਨਮਕ ਖਾ ਕੇ, ਹੁਣ ਉਸ ਨੌਕਰ ਨੇ ਘਰ ਦਾ ਖਾਣਾ ਖਾਧਾ ਸੀ, ਨਮਕ ਖਾਧਾ ਸੀ ਜੀ ਮਾਲਕ ਦਾ, ਮਾਲਕ ਦੇ ਨਾਲ ਹੀ ਧੋਖਾ ਕਰ ਦਿੱਤਾ। ਇਸ ਕਰਕੇ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਇੱਦਾਂ ਕਰਦਾ, ਨਮਕ ਖਾ ਕੇ ਧੋਖਾ ਕਰ ਜਾਂਦਾ ਹੈ, ਉਹਨੂੰ ਕਹਿੰਦੇ ਨੇ ਨਮਕ ਹਰਾਮ। ਕਹਿੰਦੇ ਤੂੰ ਨਮਕ ਹਰਾਮ ਹੈ, ਤੂੰ ਅਕਿਰਤਕਾਣ ਹੈ। ਤੇ ਕਹਿੰਦੇ ਜਦੋਂ ਇਹ ਵਰਡ ਉਸਨੇ ਮਾਲਕ ਨੇ ਯੂਜ਼ ਕੀਤੇ ਨਾ ਨੌਕਰ ਵਾਸਤੇ, ਤੇ ਕੋਲ ਹੀ ਉਹਦਾ ਕੁੱਤਾ ਸੀ, ਪੈਟ ਡੌਗ ਜਿਹਨੂੰ ਕਹਿੰਦੇ ਜੀ, ਪਾਲਤੂ ਘਰ ਦੇ ਵਿੱਚ ਰੱਖਿਆ ਹੋਇਆ। ਉਹ ਕੁੱਤੇ ਨੇ ਜਦੋਂ ਕੰਨੀ, ਹੁਣ ਦੇਖਿਓ ਕੁੱਤੇ ਨੇ ਬੋਲਣਾ ਥੋੜੀ ਨਾ ਹੈ, ਕੁੱਤਾ ਥੋੜੀ ਨਾ ਬੋਲ ਕੇ ਕਹੇਗਾ ਮਾਲਕ ਨੂੰ ਕੁਝ। ਬਸ ਇਹੋ ਜਿਹੀ ਜਿਹੜੀਆਂ ਕਹਾਣੀਆਂ ਬਣਾਈਆਂ ਜਾਂਦੀਆਂ ਨੇ ਸਮਝਾਉਣ ਦੇ ਲਈ, ਤਾਂ ਕਿ ਈਜ਼ੀਲੀ ਸਮਝ ਪੈ ਜਾਏ ਸਾਡੇ ਦਿਮਾਗ ਦੇ ਵਿੱਚ ਕਿ ਗੱਲ ਕੀ ਅਸਲ ਦੇ ਵਿੱਚ ਸਾਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨੀ ਚਾਹੀਦੀ ਹੈ। ਉਹ ਕੁੱਤੇ ਨੇ ਕਿਹਾ ਆਪਣੇ ਮਾਲਕ ਨੂੰ, ਕਹਿਣ ਲੱਗੇ ਮਾਲਕ ਤੂੰ ਮੈਨੂੰ ਤੂੰ ਇਹਦੇ ਨਾਲ ਕਿਉਂ ਕੰਪੇਅਰ ਕਰਦਾ ਪਿਆ ਹੈ? ਇਹ ਜਿਹੜੇ ਤੂੰ ਵਰਡ ਇਸ ਆਪਣੇ ਨੌਕਰ ਨੂੰ ਕਹਿਣਾ ਪਿਆ ਕਿ ਤੂੰ ਨਮਕ ਹਰਾਮ ਹੈ, ਤੂੰ ਅਕਿਰਤਕਾਣ ਹੈ, ਮੇਰਾ ਕਿਉਂ ਸਟੇਟਸ ਡਾਊਨ ਕਰਦਾ ਪਿਆ ਹੈ? ਮੈਂ ਥੋੜੀ ਨਾ ਇਦਾਂ ਕੀਤਾ ਹੈ, ਮੈਂ ਨਮਕ ਖਾ ਕੇ ਹਰਾਮ ਥੋੜੀ ਨਾ ਕੀਤਾ ਹੈ। ਤੇ ਜਿਹੜਾ ਨਮਕ ਹਰਾਮ ਤੇਰਾ ਨੌਕਰ ਬਣਿਆ ਹੈ,
ਇਹਨੂੰ ਮੇਰਾ ਨਾਮ ਮਤ ਦੇ, ਮੇਰਾ ਨਾਂ ਨਾ ਦੇ ਇਹਨੂੰ, ਕਿਉਂਕਿ ਕੁੱਤਾ ਜਿਹੜਾ ਹੈ ਨਾ ਉਹ ਨਮਕ ਖਾ ਕੇ ਹਰਾਮ ਨਹੀਂ ਕਰਦਾ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਕੋਈ ਇਨਸਾਨ, ਜੋ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ, ਗੁਰੂ ਅਰਜਨ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਜਿਹੜਾ ਇਨਸਾਨ ਗੰਦਗੀ ਦੇ ਵਿੱਚ ਮੂੰਹ ਮਾਰਦਾ ਹੈ, ਕਿਸੇ ਦੀ ਨਿੰਦਾ ਕਰਦਾ ਪਿਆ, ਕਿਸੇ ਦੀ ਚੁਗਲੀ ਕਰਦਾ ਪਿਆ ਹੈ, ਉਹ ਗੰਦਗੀ ਦੇ ਵਿੱਚ ਮੂੰਹ ਮਾਰਨਾ ਹੈ, ਤੇ ਫਿਰ ਉਹਦੇ ਵਿੱਚ ਤੇ ਕੁੱਤੇ ਦੇ ਵਿੱਚ ਫਰਕ ਕੋਈ ਨਹੀਂ ਜੀ ਹੈਗਾ। ਹੁਣ ਇਹ ਆਪਾਂ ਡਿਸਾਈਡ ਕਰ ਲਈਏ ਕਿ ਆਹ ਨਿੰਦਾ ਚੁਗਲੀ ਵਾਲੀ ਆਦਤ ਛੱਡਣੀ ਹੈ, ਜਾਂ ਬਸ ਅਸੀਂ ਸਾਰੀ ਜ਼ਿੰਦਗੀ, ਮਾਫ ਕਰਨਾ ਮੈਂ ਵਰਡ ਲੱਗਾ ਯੂਜ਼ ਕਰਨ, ਕਿ ਸਾਰੀ ਜ਼ਿੰਦਗੀ ਆਪਾਂ ਕੁੱਤੇ ਹੀ ਬਣੇ ਰਹਿਣਾ ਹੈ। ਇਹ ਸਾਡੇ ਤੇ ਡਿਪੈਂਡ ਕਰਦਾ ਹੈ ਸਾਧ ਸੰਗਤ। ਤੇ ਅਗਲਾ ਬਚਨ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਕੂਕਰ ਹੈ, ਸੂਕਰ ਹੈ, ਸਰਪਣ ਹੈ। ਸਰਪਣ ਹੈ, ਸਰਪ ਦਾ ਮਤਲਬ ਸੱਪ, ਸਨੇਕ। ਹੁਣ ਸਨੇਕ ਦਾ ਇੱਥੇ ਜ਼ਿਕਰ ਕਰਨ ਦਾ ਸਾਹਿਬ ਜੀ ਦਾ ਪਤਾ ਕੀ ਮਕਸਦ ਹੈ? ਹੁਣ ਸੱਪ ਜਿਹੜਾ ਹੈ ਨਾ, ਬਾਣੀ ਦੇ ਵਿੱਚ ਬੜੀ ਪਿਆਰੀ ਪੰਕਤੀ ਹੈ ਸਾਹਿਬ ਜੀ ਦੀ ਇੱਕ। ਸਾਹਿਬ ਜੀ ਕਹਿੰਦੇ, ਜੇਕਰ ਸੱਪ ਨੂੰ ਕਈ ਸਾਲ ਦੁੱਧ ਵੀ ਪਿਆਇਆ ਜਾਏ ਨਾ, ਸੱਪੈ ਦੁੱਧ ਪਿਆਈ ਹੈ, ਸੱਪ ਨੂੰ ਦੁੱਧ ਵੀ ਪਿਆਇਆ ਜਾਏ ਤੇ ਦੁੱਧ ਪਿਆਉਣ ਤੋਂ ਬਾਅਦ ਕਈ ਸਾਲ, ਤੇ ਇਨਸਾਨ ਸੋਚੇ ਕਿ ਮੈਂ ਇੰਨਾ ਲੰਬਾ ਸਮਾਂ ਸੱਪ ਨੂੰ ਦੁੱਧ ਪਿਆ ਲਿਆ ਤੇ ਇਹਦੇ ਅੰਦਰੋਂ ਜ਼ਹਿਰ ਖਤਮ ਹੋ ਗਿਆ ਹੋਏਗਾ। ਨਹੀਂ, ਸੱਪ ਨੂੰ ਭਾਵੇਂ ਸਾਰੀ ਜ਼ਿੰਦਗੀ ਦੁੱਧ ਪਿਆਉਂਦੇ ਰਹੋ, ਉਹਦੇ ਅੰਦਰੋਂ ਜ਼ਹਿਰ ਕਦੇ ਖਤਮ ਨਹੀਂ ਹੁੰਦਾ। ਜਦੋਂ ਵੀ ਉਹਨੇ ਡੰਗ ਮਾਰਨਾ ਹੈ ਨਾ, ਤੇ ਜ਼ਹਿਰ ਹੀ ਉਹਦੇ ਅੰਦਰੋਂ ਬਾਹਰ ਨਿਕਲਣਾ ਹੈ। ਉਹ ਜ਼ਹਿਰ ਸਾਡੀ ਮੌਤ ਦਾ ਕਾਰਨ ਬਣ ਸਕਦਾ ਹੈ, ਜ਼ਹਿਰ ਹੀ ਉਹ ਉਗਲੇਗਾ। ਤੇ ਇੱਥੇ ਸੱਪ ਦਾ ਮਤਲਬ, ਜਦੋਂ ਇਨਸਾਨ ਗੁੱਸੇ ਦੇ ਵਿੱਚ ਹੁੰਦਾ ਹੈ, ਗੁੱਸੇ ਦੇ ਵਿੱਚ ਬੜਾ ਐਂਗਰੀ ਹੈ, ਤੇ ਉਸ ਟਾਈਮ ਤੇ ਇਸ ਨੂੰ ਵੱਡੇ ਛੋਟੇ ਦੀ ਤਮੀਜ਼ ਭੁੱਲ ਜਾਂਦੀ ਜੇ। ਇਹ ਭੁੱਲ ਜਾਂਦਾ ਕਿ ਕਿਹਦੇ ਨਾਲ ਮੈਂ ਕੀ ਬੋਲਣਾ ਹੈ, ਕਿਸ ਨੂੰ ਕੀ ਕਹਿਣਾ ਹੈ, ਇਹ ਭੁੱਲ ਜਾਂਦਾ ਹੈ। ਸਿਆਣੇ ਵੈਸੇ ਵੀ ਕਹਿੰਦੇ ਨੇ, ਕਹਿੰਦੇ ਜਦੋਂ ਗੁੱਸਾ ਆਉਂਦਾ ਹੈ ਨਾ, ਅੱਖਾਂ ਬੰਦ ਹੋ ਜਾਂਦੀਆਂ ਨੇ ਤੇ ਮੂੰਹ ਖੁੱਲ ਜਾਂਦਾ, ਜ਼ੁਬਾਨ ਚੱਲਦੀ ਹੈ। ਨਜ਼ਰ ਨਹੀਂ ਆਉਂਦਾ ਕਿ ਮੇਰੇ ਸਾਹਮਣੇ ਕੌਣ ਖਲੋਤਾ ਪਿਆ, ਕਿ ਇਸ ਨੂੰ ਮੈਂ ਆਪਣੇ ਪਿਤਾ ਨੂੰ ਕੁਝ ਕਹਿ ਰਿਹਾ, ਆਪਣੀ ਮਾਂ ਨੂੰ। ਅੱਜ ਕੱਲ੍ਹ ਦੇ ਬੱਚੇ ਵੀ ਬੜੇ ਜੀ ਮਾਂ ਪਿਓ ਦਾ ਲਿਹਾਜ਼ ਵੀ ਨਹੀਂ ਕਰਦੇ ਗੁੱਸੇ ਦੇ ਵਿੱਚ ਆ ਕੇ। ਸਤਿਗੁਰੂ ਜੀ ਕਹਿੰਦੇ, ਜਿਹੜਾ ਆਪਣੀ ਜ਼ੁਬਾਨ ਤੋਂ ਜ਼ਹਿਰ ਉਗਲਦਾ ਪਿਆ ਨਾ ਕਿਸੇ ਦੇ ਲਈ, ਗੁੱਸੇ ਦੇ ਵਿੱਚ ਆਣ ਕੇ, ਉਹਦੇ ਵਿੱਚ ਤੇ ਸੱਪ ਦੇ ਵਿੱਚ ਫਰਕ ਕੋਈ ਨਹੀਂ ਜੀ। ਸੱਪ ਵੀ ਜ਼ਹਿਰ ਉਗਲਦਾ ਪਿਆ ਤੇ ਇਹ ਇਨਸਾਨ ਵੀ ਜਿਹੜਾ ਹੈ ਉਹ ਜ਼ਹਿਰ ਉਗਲਦਾ ਪਿਆ। ਕਾਂ ਨੂੰ ਨਾ ਜੀ ਬੜਾ ਚਲਾਕ ਮੰਨਿਆ ਗਿਆ ਹੈ। ਕਾਂ ਵੀ ਅਸਲ ਦੇ ਵਿੱਚ ਨਾ ਗੰਦਗੀ ਦੇ ਵਿੱਚ ਹੀ ਚੁੰਝਾਂ ਮਾਰਦਾ ਜੇ। ਤੇ ਸਾਹਿਬ ਜੀ ਕਹਿੰਦੇ, ਜਿਹੜਾ ਚਲਾਕੀਆਂ ਕਰਦਾ ਹੈ ਨਾ ਇਨਸਾਨ, ਗੁਰੂ ਅਰਜਨ ਸਾਹਿਬ ਕਹਿੰਦੇ ਉਹ ਇੱਕ ਕਾਂ ਦੇ ਬਰਾਬਰ ਹੈ। ਆਪਣੇ ਆਪ ਨੂੰ ਬੜਾ ਸਿਆਣਾ ਸਮਝਣਾ, ਦੂਜੇ ਨੂੰ ਮੂਰਖ ਸਮਝਣਾ। ਆਪਸ ਕਹੋ ਦੀਰਘ ਕਰ ਜਾਣੇ, ਔਰਨ ਕਉ ਲਗ ਮਾਤ। ਆਪਣੇ ਆਪ ਨੂੰ ਬੜਾ ਸਿਆਣਾ ਸਮਝਣਾ, ਦੂਜੇ ਨੂੰ ਕਹਿਣਾ ਇਹਨੂੰ ਪਤਾ ਹੀ ਕੁਛ ਨਹੀਂ, ਇਹਨੂੰ ਕੀ ਪਤਾ, ਇਹ ਨਹੀਂ ਜਾਣਦਾ ਕੁਝ ਵੀ। ਸਾਹਿਬ ਜੀ ਕਹਿੰਦੇ ਉਹ ਕਾਂ ਦੇ ਬਰਾਬਰ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹ ਸਾਰੇ ਪਸ਼ੂ ਪੰਛੀ ਜਾਨਵਰ ਉਸ ਇਨਸਾਨ ਦੇ ਅੰਦਰ ਆ ਜਾਂਦੇ ਨੇ। ਕਿਸ ਦੇ ਜੀ? ਗੁਰਮੰਤਰਹੀਨਿਸ ਜੋ ਪ੍ਰਾਣੀ, ਜਿਹੜਾ ਗੁਰੂ ਦੇ ਉਪਦੇਸ਼ ਨਾਲੋਂ ਟੁੱਟ ਗਿਆ, ਜਿਹੜਾ ਪ੍ਰਮਾਤਮਾ ਦੀ ਬੰਦਗੀ ਦੇ ਨਾਲੋਂ ਟੁੱਟ ਗਿਆ। ਸਤਿਗੁਰੂ ਜੀ ਕਹਿੰਦੇ ਉਸ ਇਨਸਾਨ ਦੇ ਵਿੱਚ ਤੇ ਇਹਨਾਂ ਪਸ਼ੂਆਂ ਦੇ ਵਿੱਚ ਫਰਕ ਕੋਈ ਨਹੀਂ ਜੀ ਹੈਗਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਇਹੀ ਗੱਲ ਸਾਨੂੰ ਸਮਝਾਉਂਦੇ ਪਏ ਨੇ। ਕਹਿੰਦੇ, ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ। ਜਿਸ ਪ੍ਰਾਨੀ, ਪ੍ਰਾਨੀ ਦਾ ਮਤਲਬ ਹੈ ਇਨਸਾਨ, ਜਿਸ ਪ੍ਰਾਨੀ ਦੇ, ਜਿਸ ਇਨਸਾਨ ਦੇ ਅੰਦਰ ਪ੍ਰਮਾਤਮਾ ਦੀ ਬੰਦਗੀ ਨਹੀਂ, ਜਿਹਦੇ ਅੰਦਰ ਪ੍ਰਮਾਤਮਾ ਦੀ ਯਾਦ ਨਹੀਂ, ਜਿਹੜਾ ਰੱਬ ਦੇ ਨਾਲ ਨਹੀਂ ਜੁੜਿਆ ਹੋਇਆ। ਸਤਿਗੁਰੂ ਜੀ ਕਹਿੰਦੇ, ਜੈਸੇ ਸੂਕਰ ਸੁਆਨ, ਜਿਸ ਤਰ੍ਹਾਂ ਕਹਿੰਦੇ ਇੱਕ ਸੂਰ ਹੈ, ਇੱਕ ਕੁੱਤਾ ਹੈ, ਨਾਨਕ ਮਾਨੋ ਤਾਹੇ ਤਨ। ਸਤਿਗੁਰੂ ਜੀ ਕਹਿੰਦੇ ਉਸ ਇਨਸਾਨ ਨੂੰ ਸੂਰ ਦੇ ਬਰਾਬਰ ਤੇ ਕੁੱਤੇ ਦੇ ਬਰਾਬਰ ਸਮਝੋ। ਕਬੀਰ ਸਾਹਿਬ ਨੇ ਵੀ ਮੋਹਰ ਲਗਾ ਦਿੱਤੀ ਜੀ। ਕਬੀਰ ਸਾਹਿਬ ਨੂੰ ਪੁੱਛਿਆ ਉਹਨਾਂ ਦੇ ਚੇਲਿਆਂ ਨੇ, ਕਹਿਣ ਲੱਗੇ, ਕਿਰਪਾ ਕਰਕੇ ਦੱਸੋ ਕਿ ਜਿਹੜਾ ਪ੍ਰਮਾਤਮਾ ਦੇ ਨਾਲੋਂ ਟੁੱਟਾ ਹੋਇਆ ਇਨਸਾਨ ਹੈ, ਤੁਹਾਡੀ ਨਜ਼ਰ ਦੇ ਵਿੱਚ ਉਹ ਕੌਣ ਹੈ? ਤੇ ਕਬੀਰ ਸਾਹਿਬ ਨੇ ਵੀ ਫਿਰ ਕਹਿ ਦਿੱਤਾ, ਕਹਿਣ ਲੱਗੇ, ਕਬੀਰ। ਪਤਾ ਕੀ ਕਿਹਾ ਜੀ ਕਬੀਰ ਸਾਹਿਬ ਨੇ? ਕਹਿੰਦੇ, ਜਿਹੜਾ ਰੱਬ ਦੇ ਨਾਲੋਂ ਟੁੱਟ ਗਿਆ ਇਨਸਾਨ ਹੈ ਨਾ, ਟੁੱਟਾ ਹੋਇਆ ਇਨਸਾਨ ਹੈ, ਉਹ ਇਨਸਾਨ ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ। ਸਾਕਤ ਕਹਿੰਦੇ ਨੇ ਜੀ ਟੁੱਟਾ ਹੋਇਆ ਇਨਸਾਨ, ਮਨਮੁਖ ਇਨਸਾਨ ਕਹਿ ਲਈਏ ਆਪਾਂ, ਈਜ਼ੀਲੀ ਸਮਝ ਪੈ ਜਾਏਗੀ। ਟੁੱਟਾ ਹੋਇਆ। ਕਬੀਰ ਸਾਹਿਬ ਕਹਿੰਦੇ, ਜਿਹੜਾ ਪ੍ਰਮਾਤਮਾ ਦੇ ਨਾਲੋਂ ਟੁੱਟਾ ਹੋਇਆ ਇਨਸਾਨ ਹੈ ਨਾ, ਉਹ ਤਾਂ ਸੂਰ ਦੇ ਨਾਲੋਂ ਵੀ ਮਾੜਾ ਹੈ। ਸੂਰ, ਪਿਗ, ਕਹਿੰਦੇ ਉਹਦੇ ਨਾਲੋਂ ਵੀ ਮਾੜਾ ਹੈ। ਕਮਾਲ ਹੋ ਗਈ, ਇੱਕ ਸੂਰ ਜਿਹੜਾ ਗੰਦਗੀ ਦੇ ਵਿੱਚ ਮੂੰਹ ਮਾਰਦਾ ਪਿਆ ਹੈ, ਜਿਹੜਾ ਪਿੰਡ ਦੀ ਗੰਦਗੀ ਖਾਂਦਾ ਪਿਆ ਹੈ, ਉਸ ਸੂਰ ਨਾਲੋਂ ਵੀ ਮਾੜਾ ਕਬੀਰ ਸਾਹਿਬ ਉਸ ਇਨਸਾਨ ਨੂੰ ਕਹਿੰਦੇ ਪਏ ਜੇ ਜਿਹੜਾ ਉਹਦੀ ਯਾਦ ਨਾਲੋਂ ਟੁੱਟਾ ਹੋਇਆ ਹੈ। ਰੀਜ਼ਨ,
ਕਬੀਰ ਸਾਹਿਬ ਕਹਿੰਦੇ ਜਿਹੜਾ ਸੂਰ ਹੈ ਨਾ, ਭਾਵੇਂ ਕਿ ਉਹ ਗੰਦਗੀ ਖਾ ਰਿਹਾ ਹੈ, ਭਾਵੇਂ ਕਿ ਉਹ ਗੰਦਗੀ ਖਾ ਰਿਹਾ ਹੈ, ਪਰ ਘੱਟੋ ਘੱਟ ਉਹ ਆਪਣੇ ਪਿੰਡ ਦੀ ਸਫਾਈ ਤਾਂ ਕਰਦਾ ਪਿਆ ਨਾ, ਗੰਦਗੀ ਖਾ ਕੇ ਸਫਾਈ ਤਾਂ ਕਰਦਾ ਪਿਆ ਨਾ ਗੰਦਗੀ ਖਾ ਕੇ ਸੂਰ। ਪਰ ਇਹ ਸਾਕਤ ਮਨੁੱਖ ਗੰਦਗੀ ਫੈਲਾਉਂਦਾ ਪਿਆ ਹੈ। ਇਹ ਕੀ ਕਰਦਾ ਹੈ ਜੀ? ਗੰਦਗੀ ਫੈਲਾ ਰਿਹਾ ਹੈ। ਸੂਰ ਤਾਂ ਸਾਫ਼ ਕਰਦਾ ਪਿਆ ਹੈ, ਇਹ ਸਾਕਤ, ਇਹ ਮਨਮੁਖ ਬੰਦਾ ਜਿਹੜਾ ਹੈ ਨਾ, ਉਹ ਗੰਦਗੀ ਫੈਲਾਉਂਦਾ ਪਿਆ। ਹੁਣ ਸੋਚਾਂਗੇ ਕਿ ਜੀ ਕਿ ਗੰਦਗੀ ਕਿਵੇਂ ਫੈਲਾ ਰਿਹਾ ਹੈ। ਮੈਂ ਕਿਸੇ ਦੇ ਕੋਲੋਂ ਕੋਈ ਗੱਲ ਸੁਣੀ ਕਿਸੇ ਤੀਜੇ ਬੰਦੇ ਬਾਰੇ, ਕਿਸੇ ਥਰਡ ਪਰਸਨ ਬਾਰੇ, ਆਈ ਹਰਡ ਐਨੀਥਿੰਗ ਫਰੋਮ ਐਨੀਵਨ, ਮੈਂ ਕਿਸੇ ਦੇ ਕੋਲੋਂ ਸੁਣੀ ਤੀਜੇ ਬੰਦੇ ਬਾਰੇ ਜਿਹੜਾ ਮੇਰੇ ਕੋਲ ਨਹੀਂ ਹੈਗਾ, ਉਹਦੀ ਗੱਲ ਮੈਂ ਸੁਣ ਕੇ ਜਦੋਂ ਮੈਂ ਹੋਰ ਅੱਗੇ ਫੈਲਾ ਦੇਵਾਂਗਾ ਨਾ ਉਹਦੀ ਗੱਲ ਨੂੰ, ਇਹਨੂੰ ਕਹਿੰਦੇ ਨੇ ਗੰਦਗੀ ਫੈਲਾਉਣਾ। ਭਾਵੇਂ ਮੈਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਇਹ ਪਤਾ ਕਰ ਸਕਾਂ ਕਿ ਜਿਹੜੀ ਗੱਲ ਮੈਂ ਇਸ ਆਪਣੇ ਦੋਸਤ ਦੇ ਕੋਲੋਂ ਜਾਂ ਕਿਸੇ ਦੇ ਕੋਲੋਂ ਸੁਣਦਾ ਪਿਆ ਉਹ ਸੱਚ ਹੈ ਵੀ ਜਾਂ ਨਹੀਂ। ਵੈਸੇ ਨਾ ਅੱਜ ਟੈਕਨੋਲੋਜੀ ਦਾ ਜ਼ਮਾਨਾ ਹੈ, ਵਟਸਐਪ 'ਤੇ ਕੋਈ ਵੀ ਮੈਸੇਜ ਆਇਆ ਨਾ, ਪੜ੍ਹੀਏ ਭਾਵੇਂ ਨਾ, ਇੱਕ ਉੱਤੇ ਹੈਡਿੰਗ ਜਾਂ ਮਾੜਾ ਜਿਹਾ ਪੜ੍ਹ ਲੈਣਾ, ਨਾਲ ਦੀ ਨਾਲ ਆਪਾਂ ਫਾਰਵਰਡ ਕਰਨ ਦੀ ਸੋਚਦੇ ਹਾਂ ਕਿ ਫਟਾਫਟ ਫਾਰਵਰਡ ਕਰੋ। ਉਹ ਜਿਹੜੀ ਨਿਊਜ਼ ਜਾਂ ਜਿਹੜੀ ਆਪਾਂ ਖਬਰ ਕੋਈ ਅੱਗੇ ਭੇਜੀ ਹੈ, ਉਹ ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਉਹ ਰੀਅਲ ਹੈ ਜਾਂ ਫੇਕ ਹੀ ਹੈ। ਕਿਸੇ ਨੇ ਮੇਰੇ ਕੰਨ ਦੇ ਵਿੱਚ ਆਣ ਕੇ ਇਹ ਕਹਿ ਦਿੱਤਾ ਕਿ ਫਲਾਣਾ ਬੰਦਾ ਬੜਾ ਮਾੜਾ, ਮੈਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹਦੇ ਬਾਰੇ ਪਤਾ ਕਰਾਂ ਸੱਚਮੁੱਚ ਉਹ ਮਾੜਾ ਜਾਂ ਝੂਠ ਹੀ ਬੋਲਦਾ ਪਿਆ ਜਾਂ ਐਵੇਂ ਵੀ ਸੁਣੀ ਸੁਣਾਈ ਗੱਲ ਹੀ ਕਰਦਾ ਪਿਆ। ਨਹੀਂ, ਮੈਂ ਸੁਣ ਲਈ, ਬਸ ਮੇਰੇ ਵਾਸਤੇ ਇੰਨਾ ਹੀ ਬੜਾ ਹੈ, ਮੈਂ ਹੋਰ 5-7 ਨੂੰ ਅੱਗੇ ਦੱਸ ਦੇਵਾਂਗਾ। ਇਹਨੂੰ ਕਹਿੰਦੇ ਨੇ ਗੰਦਗੀ ਫੈਲਾਉਣਾ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਐਸਾ ਇਨਸਾਨ ਟੁੱਟਾ ਹੋਇਆ ਸੂਰ ਨਾਲੋਂ ਵੀ ਮਾੜਾ ਜੇ। ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਉਂ, ਰਾਖੈ ਰੱਖਦਾ ਏ, ਆਛਾ, ਆਛਾ ਦਾ ਮਤਲਬ ਹੈ ਸਾਫ਼ ਚੰਗਾ, ਗਾਉਂ ਦਾ। ਹੁਣ ਇਹ ਜਿਹੜਾ ਵਰਡ ਹੈ ਨਾ ਜੀ, ਇਹਦੇ ਸਪੈਲਿੰਗ ਜੇ ਮੈਂ ਪੰਜਾਬੀ 'ਚ ਬੋਲਾਂ, ਗੱਗੇ ਨੂੰ ਕੰਨਾ ਤੇ ਊੜੇ ਨੂੰ ਔਂਕੜ ਹੈ। ਤੇ ਜੇਕਰ ਇਹਨੂੰ ਐਜ਼ ਇਟ ਇਜ਼ ਪੜ੍ਹਿਆ ਜਾਵੇ ਤੇ ਇਹਨੂੰ ਬੋਲਾਂਗੇ ਆਪਾਂ ਗਾਓ, ਤੇ ਗਾਓ ਦਾ ਮਤਲਬ ਹੁੰਦਾ ਜੀ ਗਾਉਣਾ। ਹੁਣ ਜੇਕਰ ਇਹਦੇ ਆਪਾਂ ਮੀਨਿੰਗ ਨੂੰ ਸਮਝ ਕੇ ਪੜ੍ਹੀਏ ਤੇ ਫਿਰ ਇਹਨੂੰ ਪੜ੍ਹਿਆ ਜਾਏਗਾ ਰਾਖੈ ਆਛਾ ਗਾਉਂ, ਛੋਟੀ ਜੀ ਇੱਕ ਬਿੰਦੀ ਲੱਗੇਗੀ ਊੜੇ ਦੇ ਨਾਲ, ਫਿਰ ਇਹਦਾ ਮਤਲਬ ਹੋ ਜਾਏਗਾ ਗਾਉਂ। ਗਾਉਂ ਕਹਿੰਦੇ ਨੇ ਜੀ ਪਿੰਡ ਨੂੰ, ਗਾਉਂ ਕਹਿੰਦੇ ਨੇ ਪਿੰਡ ਨੂੰ, ਵਿਲੇਜ। ਤੇ ਕਬੀਰ ਸਾਹਿਬ ਕਹਿੰਦੇ ਉਹ ਆਪਣੇ ਪਿੰਡ ਨੂੰ, ਆਪਣੇ ਨਗਰ ਨੂੰ ਸਾਫ਼ ਰੱਖਦਾ ਪਿਆ ਏ। ਉਹ ਸਾਕਤ ਬਪੁਰਾ ਮਰ ਗਿਆ, ਕੋਈ ਨਾ ਲੈ ਹੈ ਨਾ। ਉਹ ਕਹਿੰਦੇ ਇਹ ਸਾਕਤ ਜਿਹੜਾ ਗੰਦਗੀ ਫੈਲਾਉਂਦਾ ਪਿਆ ਸੀ ਨਾ, ਮਰ ਗਿਆ, ਡੈਥ ਹੋ ਗਈ। ਕੌਣ ਉਹਨੂੰ ਯਾਦ ਕਰੇਗਾ? ਕੋਈ ਵੀ ਨਹੀਂ। ਸਗੋਂ ਕਈ ਤਾਂ ਐਸੇ ਹੋਣਗੇ ਜਿਹੜੇ ਸ਼ੁਕਰ ਕਰਨਗੇ, ਚਲੋ ਇੱਕ ਤੇ ਘਟਿਆ ਜਿਹੜਾ ਗੰਦਗੀ ਫੈਲਾਉਂਦਾ ਸੀ। ਤੇ ਐਸਾ ਨਾ ਹੋਵੇ ਸਾਧ ਸੰਗਤ, ਜਦੋਂ ਇਸ ਸੰਸਾਰ ਨੂੰ ਛੱਡ ਕੇ ਜਾਈਏ ਨਾ, ਜਦੋਂ ਸੰਸਾਰ ਨੂੰ ਛੱਡ ਕੇ ਜਾਈਏ ਤੇ ਚਲੋ ਸਾਰੇ ਸੰਸਾਰ ਦੇ ਲੋਕ ਤਾਂ ਨਹੀਂ, ਪਰ ਪਿੰਡ ਦੇ ਜਿਹੜੇ ਲੋਕ ਹੋਣ ਨਾ, ਉਹ ਕਮੀ ਜ਼ਰੂਰ ਮਹਿਸੂਸ ਕਰਨ। ਕੁਝ ਐਸਾ ਕਰੀਏ, ਉਹ ਮਹਿਸੂਸ ਕਰਨ ਕਿ ਹਾਂ ਕੋਈ ਬੰਦਾ ਹੁੰਦਾ ਸੀ ਜਿਹੜਾ ਇਸ ਤਰ੍ਹਾਂ ਦਾ ਉਹਦਾ ਜੀਵਨ ਸੀ, ਜਿਹੜਾ ਸੰਸਾਰ ਦੇ ਜਾਂ ਪਿੰਡ ਦੇ ਭਲੇ ਦੀਆਂ ਗੱਲਾਂ ਕਰਦਾ ਸੀ, ਜਾਂ ਜਿਸ ਨੇ ਕਦੀ ਕਿਸੇ ਦੀ ਗੱਲ ਸੁਣ ਕੇ ਅਗਾਂਹ ਨਹੀਂ ਸੀ ਫੈਲਾਈ। ਜੋ ਕੋਈ ਗੱਲ ਸੁਣਦਾ ਸੀ ਤਾਂ ਪਹਿਲਾਂ ਉਹਨੂੰ ਪਰਖਦਾ ਸੀ ਕਿ ਇਹ ਸੱਚੀ ਸੀ ਜਾਂ ਨਹੀਂ। ਨਾ ਉਸਨੇ ਕਦੀ ਚੁਗਲੀ ਕੀਤੀ, ਨਾ ਕਿਸੇ ਦੀ ਨਿੰਦਿਆ ਕੀਤੀ, ਨਾ ਕਿਸੇ ਨੂੰ ਮਾੜਾ ਕਿਹਾ। ਐਸੀ ਇੱਕ ਮਿਸਾਲ ਕਾਇਮ ਕਰਕੇ ਜਾਈਏ ਦੁਨੀਆ ਦੇ ਵਿੱਚ, ਦੁਨੀਆ ਯਾਦ ਰੱਖੇਗੀ। ਜਿਨ੍ਹਾਂ ਦੇ ਆਪਾਂ ਪੁਰਬ ਮਨਾਉਂਦੇ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪੁਰਬ ਮਨਾਇਆ ਜੀ ਕੱਲ੍ਹ। ਆਪਾਂ ਕਿਉਂ ਯਾਦ ਕੀਤਾ ਜਾਂਦਾ ਹੈ ਸਤਿਗੁਰਾਂ ਨੂੰ? ਤੇ ਜਦੋਂ ਸਤਿਗੁਰਾਂ ਦੇ ਜੀਵਨ ਦੀ ਵਿਚਾਰ ਹੁੰਦੀ ਹੈ ਨਾ ਸਾਧ ਸੰਗਤ, ਜਦੋਂ ਕੋਈ ਕਥਾਵਾਚਕ ਕਿਸੇ ਵੀ ਗੁਰੂ ਸਾਹਿਬ ਦੀ ਵਿਚਾਰ ਕਰਦਾ ਜੀਵਨ ਦੇ ਸੰਬੰਧ ਵਿੱਚ, ਤੇ ਜਦੋਂ ਤੱਕ ਸਤਿਗੁਰਾਂ ਦੇ ਜੀਵਨ ਦੇ ਵਿੱਚ ਜਿਹੜੇ ਸਿੱਖ ਆਏ ਉਹਨਾਂ ਦਾ ਜ਼ਿਕਰ ਨਾ ਹੋਵੇ, ਉਦੋਂ ਤੱਕ ਉਹ ਵਿਚਾਰ ਅਧੂਰੀ ਰਹਿ ਜਾਂਦੀ ਹੈ। ਸਿੱਖਾਂ ਦੀ ਗੱਲ ਕਰਨ ਤੋਂ ਬਿਨਾਂ ਸਤਿਗੁਰਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਿਆਨ ਕੀਤਾ ਨਹੀਂ ਜਾ ਸਕਦਾ। ਤੇ ਸਿੱਖਾਂ ਦਾ ਵੀ ਉਹਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਮਿਸਾਲ ਕਾਇਮ ਕੀਤੀ ਦੁਨੀਆ, ਜਿਹੜੇ ਐਗਜ਼ੈਂਪਲ ਨੇ ਸਾਡੀ ਨਜ਼ਰ ਦੇ ਵਿੱਚ ਕਿ ਹਾਂ ਇਹਨਾਂ ਨੇ ਸਤਿਗੁਰਾਂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਇਆ ਤੇ ਐਦਾਂ ਦਾ ਇਹਨਾਂ ਦੇ ਜੀਵਨ ਦੇ ਵਿੱਚ ਚੇਂਜ ਆਇਆ ਹੈ। ਤੇ ਜੇਕਰ ਆਪਾਂ ਪੁਰਬ ਮਨਾਉਂਦੇ ਹਾਂ ਤੇ ਅਸੀਂ ਵੀ ਕੋਸ਼ਿਸ਼ ਕਰੀਏ ਗੁਰੂ ਦਾ ਉਪਦੇਸ਼ ਸਾਡੇ ਅੰਦਰ ਵਸ ਜਾਏ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ ਕਿ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹੇ ਤਨ
ਉਹ ਇਨਸਾਨ ਇੱਕ ਪਸ਼ੂ ਦੇ ਸਮਾਨ ਹੈ ਜਿਹਦੇ ਅੰਦਰ ਪਰਮਾਤਮਾ ਦੀ ਯਾਦ ਨਹੀਂ। ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ। ਇੱਕ ਹਿੰਦੀ ਦਾ ਸ਼ਾਇਰ ਹੋਇਆ ਜੀ, ਕਵੀ ਹੋਇਆ ਹੈ ਤੁਲਸੀਦਾਸ। ਸਮਝਣ ਦੇ ਲਈ ਸਾਧ ਸੰਗਤ, ਤੁਲਸੀਦਾਸ ਹੋਏ ਨੇ। ਉਹ ਕਿਤੇ ਤੁਰਦੇ ਫਿਰਦੇ ਗਾਉਂਦੇ ਪਏ ਸੀ ਕਿ ਮਨੁੱਖਾ ਜਨਮ ਬੜਾ ਭਾਗਾਂ ਦੇ ਨਾਲ ਮਿਲਦਾ ਹੈ, ਬੜੇ ਭਾਗਾਂ ਦੇ ਨਾਲ ਮਿਲਿਆ। ਮਨੁੱਖਾ ਜਨਮ ਬੜਾ ਕੀਮਤੀ ਹੈ। ਤੇ ਕਹਿੰਦੇ ਜਿਹੜੇ ਪਸ਼ੂ ਪੰਛੀ ਸੀ ਨਾ, ਜਾਨਵਰ, ਉਹਨਾਂ ਦੇ ਕੰਨਾਂ ਦੇ ਵਿੱਚ ਇਹ ਗੱਲ ਪਈ ਤੇ ਉਹ ਸਾਰੇ ਇਕੱਠੇ ਹੋ ਕੇ ਆ ਗਏ। ਸ਼ੇਰ ਕਹਿੰਦਾ ਕਿਵੇਂ? ਮਨੁੱਖਾ ਜੀਵਨ ਚੰਗਾ ਹੈ, ਮੇਰੇ ਨਾਲ ਮੁਕਾਬਲਾ ਕਰਕੇ ਦੇਖ, ਮੇਰੇ ਤੋਂ ਤਾਕਤਵਰ ਕੌਣ ਹੈ? ਮੈਂ ਜੰਗਲ ਦਾ ਰਾਜਾ। ਹਾਥੀ ਕਹਿੰਦਾ ਮੇਰੇ 'ਚ ਤਾਕਤ ਪਤਾ ਕਿੰਨੀ, ਮੈਂ ਤਾਂ ਵੱਡੇ ਵੱਡੇ ਦਰਖਤ ਜਿਹੜੇ ਨੇ ਇੱਕ ਪਲ ਦੇ ਵਿੱਚ ਉਖੇੜ ਦੇਵਾਂ ਜ਼ਮੀਨ ਦੇ ਵਿੱਚੋਂ। ਕੋਈ ਕੁਝ ਕਹਿ ਰਿਹਾ ਹੈ, ਕੋਈ ਕੁਝ ਕਹਿ ਰਿਹਾ ਹੈ। ਤੇ ਤੁਲਸੀਦਾਸ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਠੀਕ ਹੈ, ਤੁਸੀਂ ਤਾਕਤਵਰ ਹੋ ਮੇਰੇ ਨਾਲੋਂ, ਤੁਹਾਡੇ 'ਚ ਬੜੀ ਤਾਕਤ ਹੈ। ਕੋਈ ਜੰਗਲ ਦਾ ਰਾਜਾ ਹੈ, ਕੋਈ ਕੁਝ ਕਰਦਾ ਪਿਆ, ਕੋਈ ਕੁਝ ਕਰਦਾ ਪਿਆ, ਪਰ ਇੱਕ ਜਿਹੜੀ ਦਾਤ ਰੱਬ ਨੇ ਸਾਨੂੰ ਦਿੱਤੀ ਹੈ ਨਾ, ਉਹ ਤੁਹਾਡੇ ਕੋਲ ਨਹੀਂ। ਉਹ ਕੀ? ਤੁਸੀਂ ਰੱਬ ਦੇ ਗੁਣ ਨਹੀਂ ਜੇ ਗਾ ਸਕਦੇ ਜ਼ੁਬਾਨ ਦੇ ਨਾਲ। ਤੇ ਜੇ ਰੱਬ ਨੇ ਸਾਨੂੰ ਆਹ ਗੁਣ ਗਾਉਣ ਵਾਸਤੇ ਜ਼ੁਬਾਨ ਦਿੱਤੀ ਹੈ ਨਾ, ਤੇ ਫਿਰ ਇਹਦੇ ਨਾਲ ਗੰਦਗੀ ਨਾ ਫੈਲਾਈਏ, ਉਹਦੀ ਯਾਦ ਵਿੱਚ ਜੁੜੀਏ। ਤੇ ਉਹਦੀ ਯਾਦ ਵਿੱਚ ਜੁੜਾਂਗੇ। ਜਿਹੜੇ ਅੰਦਰ ਵਿਕਾਰਾਂ ਨੇ ਸਾੜ ਦਿੱਤਾ ਸੀ ਨਾ, ਜਿਹਦੇ ਕਰਕੇ ਪਸ਼ੂ ਬਣ ਗਏ, ਉਹ ਵਿਕਾਰ ਅੰਦਰੋਂ ਚਲੇ ਜਾਣਗੇ। ਇੱਦਾਂ ਕਹਿ ਲਈਏ ਕਿ ਜਿਵੇਂ ਜਿਵੇਂ ਇਸ ਜ਼ੁਬਾਨ ਨੂੰ ਆਪਾਂ ਪਰਮਾਤਮਾ ਦੀ ਯਾਦ ਵਿੱਚ ਜੋੜਾਂਗੇ ਨਾ, ਜਪਾਂਗੇ, ਬੰਦਗੀ ਕਰਾਂਗੇ, ਨਾਮ ਜਪਾਂਗੇ, ਤਿਵੇਂ ਤਿਵੇਂ ਇੱਦਾਂ ਕਹਿ ਲਈਏ ਕਿ ਅੰਦਰ ਬਲਦੀ ਹੋਈ ਅੱਗ ਦੇ ਉੱਤੇ ਪਾਣੀ ਪਾਉਣਾ ਹੈ, ਪਰਮਾਤਮਾ ਦਾ ਨਾਮ ਜਪਣਾ। ਜਿਵੇਂ ਜਿਵੇਂ ਪਾਣੀ ਪਏਗਾ ਉਹ ਅੱਗ ਸ਼ਾਂਤ ਹੋਏਗੀ, ਹੌਲੀ ਹੌਲੀ ਫਿਰ ਬੁਝੇਗੀ। ਪੂਰੀ ਤਰ੍ਹਾਂ ਜਦੋਂ ਅੱਗ ਬੁਝ ਗਈ, ਅੰਦਰ ਜਿਹੜਾ ਹੈ ਨਾ ਫਿਰ ਬਿਲਕੁਲ ਸਾਫ਼ ਹੋ ਜਾਏਗਾ, ਅੰਦਰੋਂ ਤਪਸ਼ ਖਤਮ ਹੋ ਜਾਣੀ ਹੈ, ਉਹ ਸਾੜਾ ਖਤਮ ਹੋ ਜਾਣਾ ਹੈ। ਫਿਰ ਇਹ ਇਨਸਾਨ ਅਸਲੀ ਰੂਪ ਦੇ ਵਿੱਚ ਆਏਗਾ। ਫਿਰ ਇਨਸਾਨ ਫਿਰ ਵੀ ਨਹੀਂ ਜੇ ਰਹਿਣਾ ਇਹਨੇ। ਪਹਿਲਾਂ ਇਹ ਪਸ਼ੂ ਬਣਿਆ ਸੀ, ਹੁਣ ਜਦੋਂ ਅੰਦਰੋਂ ਅੱਗ ਬੁਝ ਗਈ ਨਾ, ਇਹਨੇ ਇਨਸਾਨ ਫਿਰ ਵੀ ਨਹੀਂ ਜੀ ਰਹਿਣਾ। ਫਿਰ ਪਤਾ ਕੀ ਬਣ ਜਾਣਾ ਹੈ? ਫਿਰ ਇਹਨੇ ਬਣ ਜਾਣਾ ਹੈ ਜੀ ਦੇਵਤਾ। ਇਹ ਦੇਵਤਾ ਬਣ ਜਾਏਗਾ, ਮਨੁੱਖ ਨਹੀਂ ਰਹੇਗਾ। ਤੇ ਦੇਵਤਾ ਬਣਨਾ ਹੀ ਸਾਡੀ ਮੰਜ਼ਿਲ ਹੈ। ਗੁਰੂ ਕਿਰਪਾ ਕਰੇ, ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੱਲ ਸਾਨੂੰ ਸਮਝਾਈ ਹੈ, ਕਿਤੇ ਅਸੀਂ ਸਾਰੀ ਜ਼ਿੰਦਗੀ ਪਸ਼ੂ ਬਣ ਕੇ ਨਾ ਬਤੀਤ ਕਰ ਦਈਏ। ਕਿਤੇ ਚਲੋ ਜੇ ਦੇਵਤੇ ਨਹੀਂ, ਘੱਟੋ ਘੱਟ ਇਨਸਾਨ ਤਾਂ ਬਣ ਹੀ ਜਾਈਏ ਨਾ। ਗੁਰੂ ਕਿਰਪਾ ਕਰੇ ਜੀ। ਸਰਬੱਤ ਸੰਗਤ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਦਿਆਂ ਹੋਇਆਂ ਸਰਬੱਤ ਨੂੰ ਬੰਦਗੀ ਦੀ ਦਾਤ ਦੇਣ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।